ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਮੈਂ ਹਾਈਸ਼ੂ ਤੇ ਸਾਡੇ ਨਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਖਬਾਰਾਂ ਦੀਆਂ ਅਹਿਮ ਸੁਰਖੀਆਂ ਤੇ ਝਾਤ ਪਾਉਣ ਦੇ ਲਈ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਤੌਰ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀ ਦੂਤ ਜੀ। ਆਓ ਕਰਦੇ ਹਾਂ ਉਹਨਾਂ ਦਾ ਸਵਾਗਤ। ਰਾਕੇਸ਼ ਜੀ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ। ਸ਼ੁਕਰੀਆ। शुरू करते हैं खबरों का सिलसिला। सब तो पहला गल करते हैं सोशल मीडिया कंपनी WhatsApp ने सरकार के खिलाफ भारत सरकार के खिलाफ अदालत का रुख किया है। पूरा मामला की है? देखो ये जिहड़ा सिर्फ गल WhatsApp की नहीं हैगी, क्योंकि भारत की सरकार ने किसी भी देश का जिहड़ा हुंदा, सिर्फ भारत ने किसी भी देश की जिहड़ी राष्ट्रीय सुरक्षा हुंदी है, जिहड़ी उहदी कौमी सुरक्षा हुंदी है, उहनूं लैके हर सरकार जिहड़ी बड़ी चेतन रहिंदी है। सो भारत की सरकार ने भी पिछले लंबे समय तो सोशल मीडिया के उपर जी बहुत हिडन जी रह के जी एक लुके हुए संदेशों के जरिए भारत की सुरक्षा को खतरे पैदा हुए हैं। पिछले समय के उन्होंने देखते हुए भारत ने यह कहा भी जिहड़ियां इस किस्म दी सोशल मीडिया डिजिटल कंपनीज ने इन्हों उन्होंने मंग की, साड़ी गाइडलाइनस दित्तियां भी तुहानूं जिहड़ा लोड़ पैण दे उत्ते तुहाडे मैसेजेस का जिहड़ा बेसिक सोर्स है वो दसना पएगा। सो दूसरे पासे गल जी WhatsApp ने ग्राउंड लित्ती, वो हाई कोर्ट गया इस गल कहण लई भी जी ये नाल जिहड़ा है मेरे यूजर की जी निजता है, जी प्राइवेसी है, ਉਹਦੇ ਉੱਤੇ ਜਿਹੜਾ ਉਹਦੇ ਅਧਿਕਾਰ ਜਿਹੜਾ ਮੌਲਿਕ ਅਧਿਕਾਰ ਹੁੰਦਾ, ਕਿਉਂਕਿ ਰਾਈਟ ਟੂ ਪ੍ਰਾਈਵੇਸੀ ਇਜ਼ ਅ ਫੰਡਾਮੈਂਟਲ ਰਾਈਟ। ਹਾਂਜੀ। ਤਾਂ ਉਹਨੇ ਕਿਹਾ ਵੀ ਇਹਦੇ ਨਾਲ ਜਿਹੜਾ ਮੇਰੇ ਜਿਹੜੇ ਯੂਜ਼ਰਸ ਦੀ ਪ੍ਰਾਈਵੇਸੀ ਜਿਹੜੀ ਹੈ ਹਿੱਟ ਹੋਏਗੀ, ਉਹਦੇ ਮੌਲਿਕ ਅਧਿਕਾਰ ਦਾ ਹਨਨ ਹੋਣ ਦਾ ਖਤਰਾ ਹੈ। ਤੇ ਸੋ ਨੋ ਡਾਊਟ ਦੋਨੋਂ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ, ਪਰ ਮੈਂ ਜਿਸ ਤਰ੍ਹਾਂ ਕਿਹਾ ਵੀ ਜਿਹੜੀ ਨਿਜਤਾ ਦਾ ਅਧਿਕਾਰ ਜਿੰਨਾ ਜ਼ਰੂਰੀ ਹੈ ਉਨਾ ਹੀ ਕਿਸੇ ਜਿਹੜਾ ਦੇਸ਼ ਹੈ ਉਹਦੀ ਕੌਮੀ ਜਿਹੜੀ ਸੁਰੱਖਿਆ ਉਹਦਾ ਵੀ ਉਨਾ ਹੀ ਜ਼ਰੂਰੀ ਹੈ। ਔਰ ਵੈਸੇ ਵੀ ਇਸ ਕੇਸ ਤੋਂ ਬਾਅਦ ਜਦੋਂ ਹਾਈ ਕੋਰਟ ਜਾ ਕੇ ਉਹਨਾਂ ਨੇ ਸ਼ਰਨ ਲਈ ਹੈ, ਵੈਸੇ ਇਕੱਲੇ WhatsApp ਦੇ ਉੱਤੇ ਨਹੀਂ, ਹੋਰ ਵੀ ਜਿਹੜੀਆਂ Facebook ਹੈ, Twitter ਹੈ, ਸਾਰਿਆਂ ਦੇ ਲਈ ਨਵੀਆਂ ਗਾਈਡਲਾਈਨਸ ਆਈਆਂ ਨੇ। ਤਾਂ WhatsApp ਵੈਸੇ Facebook ਦਾ ਇੱਕ ਜਿਹੜਾ ਸਬਸਿਡਰੀ ਜਿਹੜਾ ਇੱਕ ਯੂਨਿਟ ਹੈ, ਤਾਂ ਮੈਨੂੰ ਲੱਗਦਾ ਵੀ ਇਹਦੇ ਵਿੱਚ ਜਿਹੜਾ ਸਰਕਾਰ ਨੇ ਸਿੱਧੇ ਤੌਰ 'ਤੇ ਜਿਹੜੇ ਸਾਡੇ ਸੂਚਨਾ ਪ੍ਰਸਾਰਣ ਮੰਤਰੀ ਨੇ ਰਵੀ ਸ਼ੰਕਰ ਜੀ, ਉਹਨਾਂ ਨੇ ਸਿੱਧੇ ਤੌਰ 'ਤੇ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਆਪਣੇ ਨਾਗਰਿਕਾਂ ਦੇ ਨਿਜਤਾ ਦੇ ਅਧਿਕਾਰ ਦੀ ਸੁਰੱਖਿਆ ਕਰਨ ਦੀ ਵੀ ਉਨੀ ਹੀ ਗੰਭੀਰ ਹੈ ਜਿੱਦਾਂ ਆਪਣੇ ਮੁਲਕ ਦੀ ਕੌਮੀ ਸੁਰੱਖਿਆ ਕਰਨ ਲਈ ਗੰਭੀਰ ਹੈ। ਸੋ ਵੈਸੇ ਇਹਦੇ ਵਿੱਚ ਕੋਈ ਬਹੁਤ ਹੀ ਮੈਨੂੰ ਲੱਗਦਾ ਕੰਪਨੀਆਂ ਨੂੰ ਐਸਾ ਵਿਵਾਦ ਨਹੀਂ ਰੱਖਣਾ ਚਾਹੀਦਾ, ਕਿਉਂਕਿ ਜਿਹੜੀ ਭਾਰਤ ਦੀ ਸਰਕਾਰ ਨੇ ਗਾਈਡਲਾਈਨਸ ਦਿੱਤੀਆਂ ਉਹ ਉਹਨਾਂ ਨੇ IT ਐਕਟ ਦੇ ਤਹਿਤ ਥੱਲੇ ਦਿੱਤੀਆਂ। ਇਸ ਤੋਂ ਪਹਿਲਾਂ ਵੀ ਹੁਣ ਵੀ ਭਾਰਤ ਦੀ ਸਰਕਾਰ ਨੇ ਕਲੀਅਰ ਕੀਤਾ ਵੀ ਅਸੀਂ ਹਰ ਯੂਜ਼ਰ ਦੀ ਗੱਲ ਨਹੀਂ ਕਰ ਰਹੇ। ਜਦੋਂ ਕਿਤੇ ਕੌਮੀ ਸੁਰੱਖਿਆ ਨਾਲ ਜੁੜੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਫਿਰ ਜਦੋਂ ਅਸੀਂ ਡਿਮਾਂਡ ਕਰਦੇ ਹਾਂ ਤੇ ਫਿਰ ਉਹ ਸਾਨੂੰ ਸੋਰਸ ਦਿੱਤਾ ਜਾਣਾ ਚਾਹੀਦਾ ਜੀ। ਔਰ ਇਹ ਕੋਈ ਪਹਿਲੀ ਵਾਰੀ ਨਹੀਂ ਹੈਗਾ। ਆਮ ਤੌਰ ਤੇ ਜਦੋਂ ਇਹ ਸਿਸਟਮ ਨਹੀਂ ਸੀ ਹੈਗਾ, ਜਿਹੜੇ ਟੈਲੀਫੋਨ ਸੀ ਦੂਸਰੇ ਸੀ, ਉਹਦੇ ਉੱਤੇ ਵੀ ਸਰਕਾਰ ਇਸ ਕਿਸਮ ਦੇ ਜਦੋਂ ਕ੍ਰਿਮੀਨਲ ਕੋਈ ਕੇਸਿਸ ਜਿਹੜੇ ਰਾਜਦਰੋਹ ਦੇ ਸਥਿਤੀ ਦੇ ਹੁੰਦੇ ਸੀ ਜਾਂ ਮੁਲਕ ਦੇ ਪ੍ਰਤੀ ਕੋਈ ਕੰਸਪੀਰੇਸੀ ਹੋਣ ਦੇ ਜਿਹੜੇ ਖਤਰੇ ਹੁੰਦੇ ਸੀ, ਉਹਦੇ ਬਾਰੇ ਉਹਦੀਆਂ ਰਿਕਾਰਡਿੰਗਸ ਵੀ ਕਾਨੂੰਨ ਦੇ ਜ਼ਰੀਏ ਲੈਂਦੀ ਸੀ ਪਹਿਲਾਂ ਵੀ, ਕਾਨੂੰਨ ਦਾ ਰਸਤਾ ਲੈ ਕੇ, ਕਿਉਂਕਿ ਇਹ IT ਐਕਟ ਦੇ ਤਹਿਤ ਹੈ। ਤਾਂ ਜਦੋਂ ਉਹਨਾਂ ਕੋਲ ਵੀ ਮੰਗੇਗੀ ਉਸ ਕਾਨੂੰਨ ਦੀ ਉਹਦੇ 'ਚ ਹੀ ਮੰਗੇਗੀ। ਪਰ ਮੈਨੂੰ ਲੱਗਦਾ ਕਿ WhatsApp ਦੀ ਜਿਹੜੀ ਵਿਸ਼ੇਸ਼ਤਾ ਉਹ ਦੱਸਦਾ, ਆਪਣੇ ਐਪ ਦੀ ਜਿਹੜੀ ਵਿਸ਼ੇਸ਼ਤਾ ਦੱਸਦਾ, ਉਹ ਕਹਿੰਦਾ ਹੈ ਕਿ ਵੀ ਮੇਰਾ ਜਿਹੜਾ ਐਪ ਹੈ ਉਹ ਐਂਡ ਟੂ ਐਂਡ ਜਿਹੜੀ ਇਨਕ੍ਰਿਪਸ਼ਨ ਆ ਉਹਦੇ ਵਿੱਚ ਉਹ ਰਹਿੰਦਾ, ਤਾਂ ਕਿ ਵੀ ਉਹ ਕਹਿੰਦਾ ਵੀ ਸਿਰਫ ਭੇਜਣ ਵਾਲੇ ਨੂੰ ਤੇ ਪਤਾ ਪੜ੍ਹਨ ਵਾਲੇ ਨੂੰ ਮੇਰੇ ਨੂੰ ਮਤਲਬ ਇੰਨੀ ਪ੍ਰਾਈਵੇਸੀ ਉਹਨੇ ਆਪਣੇ ਜਿਹੜੀ ਹੈ ਆਪਣੇ ਯੂਜ਼ਰ ਨੂੰ ਦਿੱਤੀ ਹੈ। ਸੋ ਮੈਨੂੰ ਲੱਗਦਾ ਵੀ ਉਹਨੂੰ ਇਹ ਲੱਗਦਾ ਕਿ ਉਹਦੇ ਨਾਲ ਉਹਦਾ ਬਿਜ਼ਨਸ ਹਿੱਟ ਹੋਏਗਾ, ਕਿਉਂਕਿ ਇੰਨੀ ਪ੍ਰਾਈਵੇਸੀ ਜਿਹੜੀ ਹੈ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਦੇਸ਼ਾਂ ਦੇ ਪ੍ਰਬੰਧ ਦੀ, ਕੌਮੀ ਸੁਰੱਖਿਆ ਦੀ, ਤਾਂ ਫਿਰ ਕਿਤੇ ਨਾ ਕਿਤੇ ਇਹ ਗੱਲ ਲੱਗਦੀ ਹੈ ਵੀ ਜਿੱਥੇ ਜ਼ਰੂਰਤ ਹੈ ਸਰਕਾਰ ਨੂੰ ਉਹ, ਪਰ WhatsApp ਲਈ ਉਹ ਫਿਰ ਜ਼ਰੂਰੀ ਹੋ ਜਾਏਗਾ ਕਿ ਉਹ ਸਾਰਿਆਂ ਦੀ ਰੱਖੇਗੀ, ਕਿਉਂਕਿ ਸਰਕਾਰ ਤਾਂ ਕਿਸੇ ਦਾ ਵੀ ਮੰਗ ਸਕਦੀ ਹੈ। ਤਾਂ ਪਰ ਸਰਕਾਰ ਨੇ ਸਪਸ਼ਟ ਕੀਤਾ ਕਿ ਅਸੀਂ ਆਪਣੇ ਨਾਗਰਿਕਾਂ ਦੀ ਜਿਹੜੀ ਹੈ ਨਿਜਤਾ ਦੀ ਜਿਹੜੀ ਅਧਿਕਾਰ ਹੈ, ਮੌਲਿਕ ਅਧਿਕਾਰ ਹੈ, ਉਹਦੀ ਸੁਰੱਖਿਆ ਨੂੰ ਕਿਤੇ ਵੀ ਜਿਹੜਾ ਨੁਕਸਾਨ ਨਹੀਂ ਹੋਣ ਦੇਵਾਂਗੇ, ਪਰ ਕੌਮੀ ਸੁਰੱਖਿਆ ਲਈ ਇਹ ਜ਼ਰੂਰੀ ਹੈ ਜੀ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਕਰੋਨਾ ਮਹਾਮਾਰੀ ਦੀ, ਤਾਂ ਦੇਸ਼ ਦੇ ਵਿੱਚ ਪੋਜ਼ਿਟਿਵਿਟੀ ਜਿਹੜੀ ਰੇਟ ਹੈ ਉਹ ਘਟ ਕੇ 9.42% ਰਹਿ ਗਈ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਬਹੁਤ ਅੱਛੀ ਗੱਲ ਹੈ। ਜਦੋਂ ਅਸੀਂ ਬਹੁਤ ਵੱਡੇ ਸੰਕਟ ਚੋਂ ਲੰਘ ਰਹੇ ਹਾਂ, ਇੱਕ ਮੰਤਰੀ ਸੰਕਟ ਜਿਹੜਾ ਇਹ ਹੁਣ ਸਾਲ ਹੋਣ ਦੇ ਨੇੜੇ, ਸਾਲ ਤੋਂ ਵੀ ਸ਼ਾਇਦ ਉੱਪਰ ਜਾ ਰਿਹਾ, ਤੇ ਇਹ ਜਦੋਂ ਐਸੀ ਖਬਰ ਆਉਂਦੀ ਹੈ ਵੀ ਇਹ ਘਟ ਰਿਹਾ ਤੇ ਬਹੁਤ ਅੱਛਾ ਲੱਗਦਾ, ਮਤਲਬ ਸੁਖਾਵੀਂ ਜੀ ਗੱਲ ਲੱਗਦੀ ਆ, ਆਪਣੇ ਆਪ ਨੂੰ ਇੱਕ ਸੰਤੋਸ਼ ਜਿਹਾ ਮਿਲਦਾ ਜੀ। ਪਰ ਮੈਂ ਇਹ ਕਹਿਣਾ ਚਾਹੂੰਗਾ ਵੀ ਜਿਹੜੀ ਗੱਲ ਕੀਤੀ ਹੈ ਉਹਦੇ 'ਚ ਇੱਕ ਚੀਜ਼ ਥੋੜ੍ਹੀ ਹਲੇ ਵੀ ਉਲਝਣ ਵਾਲੀ ਹੈ ਕਿ ਇਨਫੈਕਟਡ ਲੋਕਾਂ ਦਾ ਜਿਹੜਾ ਉਹ ਗਿਣਤੀ ਘਟੀ ਹੈ, ਟੈਸਟਾਂ ਦੇ ਵਿੱਚ ਵੀ ਜਿਹੜੀ ਪੋਜ਼ਿਟਿਵਿਟੀ ਵੀ ਘਟੀ ਹੈ, ਪਰ ਮੌਤ ਦੀ ਜਿਹੜੀ ਦਰ ਹੈ ਉਹ ਨਹੀਂ ਘਟੀ। ਮੌਤ ਦੀ ਦਰ ਹਲੇ ਉੱਥੇ ਹੀ ਲਗਭਗ ਖੜੀ ਹੈ। ਔਰ ਉਹਦਾ ਕਾਰਨ ਇਹ ਲੱਗਦਾ ਵੀ ਇਹ ਜਿਹੜਾ ਸੈਕੰਡ ਵੇਵ ਦੇ ਵਿੱਚ ਜਿਹੜਾ ਵਾਇਰਸ ਜਿਹੜਾ ਆਇਆ, ਜਿਹੜਾ ਜਿਸ ਰੂਪ 'ਚ ਆਇਆ, ਉਹ ਘਾਤਕ ਜ਼ਿਆਦਾ ਹੈ।
ਠੀਕ ਹੈ, ਉਹਦੀ ਵਾਪਸੀ ਪੈ ਰਹੀ ਹੈ। ਤੇ ਮੈਂ ਤੇ ਇਹੀ ਕਹਿਣਾ ਚਾਹੂੰਗਾ ਵੀ ਅਸੀਂ ਗੱਲ, ਖਬਰ ਤਾਂ ਬੜੀ ਸੁੱਖ ਦੇਣ ਵਾਲੀ ਹੈ ਜੀ, ਪਰ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਸੀਂ ਪਹਿਲੇ ਫੇਜ਼ ਦੇ ਵਿੱਚ ਵੀ ਇਦਾਂ ਹੀ ਕਰੋਨਾ ਦੇ ਉੱਤੇ ਕਹਿਤਾ ਸੀ ਕਿ ਅਸੀਂ ਦੁਨੀਆ ਨੂੰ ਦੱਸਤਾ ਸੀ ਕਿ ਦੇਖੋ ਜੀ ਅਸੀਂ ਤਾਂ ਕਰੋਨਾ ਜਿੱਤ ਲਿਆ, ਤਾਂ ਪਰ ਅਸੀਂ ਫਿਰ ਉਹ ਇਸ ਕਿਸਮ ਦੀ ਅਣਗਹਿਲੀ ਕਰ ਬੈਠੇ ਕਿ ਅਸੀਂ ਸਾਰੇ ਨਿਯਮ ਭੁੱਲ ਗਏ, ਜਿਹੜੇ ਪ੍ਰੋਟੋਕੋਲ ਸੀ ਉਹ ਭੁੱਲ ਗਏ। ਇੱਥੋਂ ਤੱਕ ਵੀ ਹੋਇਆ ਵੀ ਕਈ ਸੂਬੇ ਦੀਆਂ ਸਰਕਾਰਾਂ ਨੇ ਤਾਂ ਜਿਹੜੇ ਆ ਹਸਪੀਟਲ ਲਈ ਜਿਹੜੇ ਵਿਸ਼ੇਸ਼ ਪ੍ਰਬੰਧ ਸੀ, ਜਿਹੜੇ ਕੋਵਿਡ ਜਿਹੜੇ ਵਾਰਡ ਸੀ, ਉਹ ਵਾਈਂਡ ਅਪ ਕਰਤੇ ਜੀ। ਪਰ ਜਦੋਂ ਸੈਕੰਡ ਵੇਵ ਆਈ ਤੇ ਬਹੁਤ ਤੇਜ਼ ਆਈ ਜੀ। ਤੇ ਹੁਣ ਜਿਹੜੇ ਵਿਗਿਆਨਕ ਲੋਕ ਨੇ, ਜਿਹੜੇ ਸਪੈਸ਼ਲਿਸਟ ਲੋਕ ਨੇ, ਉਹ ਇਹ ਕਹਿ ਰਹੇ ਆ ਕਿ ਤੀਜੀ ਜੇ ਵੇਵ ਆਈ ਤੇ ਉਹ ਹੋਰ ਖਤਰਨਾਕ ਹੋਏਗੀ ਔਰ ਉਹ ਜਿਹੜੀ ਏਜ ਗਰੁੱਪ ਆ ਥੱਲੇ ਵਾਲੇ ਵੱਲ ਵੀ ਜਾਏਗੀ। ਹਾਲਾਂਕਿ ਉਹਨਾਂ ਨੇ ਕਿਹਾ ਵੀ ਬੱਚਿਆਂ ਉੱਤੇ ਸੀ, ਉਹ ਵੀ ਕਨਫਿਊਜ਼ਨ ਚੱਲ ਰਿਹਾ ਸੀ, ਤਾਂ ਉਹ ਕਲੈਰਿਟੀ ਆਈ ਕਿ ਉਹਨਾਂ ਨਹੀਂ ਕਰੇਗੀ, ਬਟ ਫਿਰ ਵੀ ਜੇ ਥਰਡ ਵੇਵ ਆਉਂਦੀ ਹੈ ਤਾਂ ਫਿਰ ਉਹ ਹੋਰ ਜ਼ਿਆਦਾ ਘਾਤਕ ਹੋਏਗੀ। ਸੋ ਮੈਨੂੰ ਲੱਗਦਾ ਵੀ ਸਾਨੂੰ ਇਸ ਗੱਲ ਤੋਂ ਜਿਹੜਾ ਸੁੱਖ ਦਾ ਸਾਹ ਤੇ ਲੈਣਾ ਹੀ ਚਾਹੀਦਾ, ਪਰ ਨਾਲ ਹੀ ਨਾਲ ਇਹ ਵੀ ਸੰਕਲਪ, ਇਹ ਵੀ ਪ੍ਰਣ ਲੈਣਾ ਚਾਹੀਦਾ ਕਿ ਅਸੀਂ ਜਿਹੜੇ ਨਿਯਮ ਤੈਅ ਕੀਤੇ ਅਸੀਂ ਆਪਣੇ ਉੱਪਰ, ਕਿਉਂਕਿ ਜਿਹੜੀ ਲੋਕਤੰਤਰ ਹੁੰਦਾ ਉਹਦੇ ਵਿੱਚ ਅਸੀਂ ਜਿਹੜਾ ਨਿਯਮ ਬਣਾਉਂਦੇ ਆ ਆਪਣੇ ਲਈ ਬਣਾਉਂਦੇ ਆ, ਆਪਣੀ ਸਰਕਾਰ ਨੂੰ ਹੀ ਦਿੰਦੇ ਆ ਕਿ ਇਹ ਨਿਯਮ ਸਾਡੇ ਲਈ ਬਣਿਆ, ਤਾਂ ਸਾਨੂੰ ਉਹਨਾਂ ਨਿਯਮਾਂ ਦੀ ਜਿਹੜੀ ਆ ਉਹਨੂੰ ਫੋਲੋ ਵੀ ਕਰਨਾ ਚਾਹੀਦਾ। ਪਰ ਮੈਨੂੰ ਲੱਗਦਾ ਵੀ ਦੂਸਰੀ ਲਹਿਰ ਛੇਤੀ ਖਤਮ ਹੋ ਜਾਏ, ਪਰ ਤੀਸਰੀ ਲਹਿਰ ਦਾ ਜਿਹੜਾ ਅਸੀਂ ਉਹਦਾ ਸਾਹਮਣਾ ਕਰਨਾ, ਜਿਹੜਾ ਉਹਦੇ ਲਈ ਸਾਨੂੰ ਚਾਹੀਦਾ ਵੀ ਅਸੀਂ ਇਹ ਜਿਹੜੀਆਂ ਪ੍ਰੀਕਾਸ਼ਨਸ ਆ ਇਹਨਾਂ ਨੂੰ ਉਦੋਂ ਤੱਕ ਲੈ ਕੇ ਰੱਖੀਏ ਜਦੋਂ ਤੱਕ ਸਰਕਾਰਾਂ ਜਾਂ ਵਿਗਿਆਨਕ ਜਾਂ WHO ਵਰਗੀ ਜਿਹੜੀ ਸੰਸਥਾ ਉਹ ਇਹ ਡਿਕਲੇਅਰ ਨਹੀਂ ਕਰਦੀ ਵੀ ਹੁਣ ਤੁਸੀਂ ਇਸ ਸੰਕਟ ਤੋਂ ਮੁਕਤ ਜੇ ਉਦੋਂ ਤੱਕ, ਕਿਉਂਕਿ ਹਲੇ ਵੈਕਸੀਨੇਸ਼ਨ ਬਹੁਤ ਵੱਡੀ ਸਾਡੀ ਪਈ ਹੈ। ਦੇਖੋ ਨਾ, ਅਮਰੀਕਾ ਨੇ ਤਾਂ ਇਹ ਕੀਤਾ ਕਿ ਜਿੱਥੇ ਵੈਕਸੀਨੇਸ਼ਨ ਕੰਪਲੀਟ ਹੋ ਗਈ ਉਹਨਾਂ ਨੇ ਆਪਣੇ ਲੋਕਾਂ ਨੂੰ ਅਲਾਉ ਕਰਤਾ ਵੀ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹ ਆਪਣੇ ਮਾਸਕ ਲਾ ਦੇਣ, ਉਹ ਖੁੱਲਿਆਂ 'ਚ ਵੀ ਜਾ ਸਕਦੇ। ਪਰ ਸਾਡੇ ਤਾਂ ਹਲੇ ਮੇਰਾ ਖਿਆਲ ਹੈ ਕਿ 5% ਦੇ ਕਰੀਬ ਹੀ ਵੈਕਸੀਨੇਸ਼ਨ ਹੋਈ ਹੈ ਔਰ ਹਲੇ ਬਹੁਤ ਸਾਰੇ ਮੁਲਕ 95% ਨੂੰ ਵੈਕਸੀਨੇਸ਼ਨ ਹੋਣੀ ਹੈ। ਤੇ ਸਾਨੂੰ ਅਹਿਤਿਆਤ ਜਿਹੜੇ ਆ ਉਹ ਬਹੁਤ ਜ਼ਰੂਰੀ ਰੱਖਣੇ ਚਾਹੀਦੇ ਔਰ ਵੈਕਸੀਨੇਸ਼ਨ ਵੀ ਕਰਵਾਉਣੀ ਚਾਹੀਦੀ ਹੈ ਜੀ। ਪੰਜਾਬ ਦੇ ਵਿੱਚ ਬਲੈਕ ਫੰਗਸ ਦੇ ਵੀ 14 ਮਾਮਲੇ ਸਾਹਮਣੇ ਆਏ ਨੇ। ਕਰੋਨਾ ਮਹਾਮਾਰੀ ਦੀ ਗੱਲ ਤਾਂ ਹੋ ਗਈ, ਪਰ ਹੁਣ ਬਲੈਕ ਫੰਗਸ ਬਾਰੇ ਵੀ ਵਿਸਥਾਰ ਨਾਲ ਥੋੜੀ ਜਾਣਕਾਰੀ ਦਿਓ। ਬਲੈਕ ਫੰਗਸ ਤੋਂ ਇਲਾਵਾ ਜਿਹੜੀ ਹੈ ਵਾਈਟ ਫੰਗਸ ਔਰ ਯੈਲੋ ਫੰਗਸ ਵੀ ਨਵੀਆਂ ਚੀਜ਼ਾਂ ਆ ਚੁੱਕੀਆਂ ਹੋਈਆਂ ਜੀ। ਤਾਂ ਇਹਦੇ ਵਿੱਚ ਇਹ ਹੈ ਕਿ ਇਹ ਫੰਗਸ ਜਦੋਂ ਸ਼ੁਰੂ 'ਚ ਅਸੀਂ ਸੁਣਦੇ ਹਾਂ ਵੀ ਮਹਾਰਾਸ਼ਟਰ 'ਚ ਪਤਾ ਲੱਗਾ ਪਹਿਲਾ ਕੇਸ, ਪਰ ਹੁਣ ਤਾਂ ਪੰਜਾਬ ਦੇ ਵਿੱਚ ਜਲੰਧਰ 'ਚ ਆ ਪਹੁੰਚਿਆ ਜੀ। ਤਾਂ ਉਹ ਇਹ ਜੁੜਿਆ ਕੋਵਿਡ ਨਾਲ ਹੀ ਇਹ ਜੁੜਿਆ ਹੈਗਾ ਬੇਸਿਕਲੀ ਜਿਹੜਾ ਫੰਗਸ ਦਾ, ਕਿਉਂਕਿ ਉਹ ਇਹਦੇ 'ਚ ਇਸ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਮਰੀਜ਼ ਕੋਵਿਡ 'ਚੋਂ ਠੀਕ ਆਉਂਦੇ ਨੇ ਉਹਦੇ ਆਫਟਰ ਇਫੈਕਟਸ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਫੰਗਸ ਆ ਰਹੀ ਹੈ। ਸੋ ਮੈਂ ਜਿੱਦਾਂ ਹੁਣੇ ਕਿਹਾ ਵੀ ਸੰਕਟ ਤਾਂ ਬਰਕਰਾਰ ਹੈ, ਤਾਂ ਸੋ ਇਹ ਚਾਹੀਦਾ ਵੀ ਸਰਕਾਰਾਂ ਨੂੰ ਇਹ ਪ੍ਰਬੰਧ ਕਰਨੇ ਪੈਣਗੇ ਕਿ ਫੰਗਸ ਲਈ ਵੀ ਜਿਹੜੇ ਟੀਕੇ ਨੇ, ਜਿੱਦਾਂ ਡਿਮਾਂਡਸ ਕੀਤੀਆਂ ਜਾ ਰਹੀਆਂ। ਪੰਜਾਬ ਦੀ ਸਰਕਾਰ ਨੇ ਹੁਣੇ ਜਿਹੜੀ ਇਹ ਡਿਮਾਂਡ ਕੀਤੀ ਹੈ ਸੈਂਟਰ ਦੀ ਗਵਰਨਮੈਂਟ ਦੇ ਕੋਲ ਵੀ ਫੰਗਸ ਦੇ ਕੇਸ ਜਿੱਦਾਂ ਪੰਜਾਬ 'ਚ ਵੱਧ ਰਹੇ, ਸਾਨੂੰ ਫੰਗਸ ਵਾਲੇ ਇੰਜੈਕਸ਼ਨ ਵੀ ਜਲਦੀ ਤੋਂ ਜਲਦੀ ਜਿਹੜੇ ਆ ਪੂਰੇ ਕੀਤੇ ਜਾਣ। ਤੇ ਪਰ ਫੰਗਸ ਦੇ ਨਾਲ ਹੀ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੇ ਡਾਕਟਰਸ ਨੇ ਜਦੋਂ ਕੋਵਿਡ ਪੇਸ਼ੈਂਟਸ ਠੀਕ ਹੋ ਕੇ ਜਾਂਦੇ ਨੇ ਉਹਨਾਂ ਨੂੰ ਕੁਝ ਇੰਸਟਰਕਸ਼ਨ ਦਿੰਦੇ ਨੇ। ਸੋ ਇਹ ਉਹਨਾਂ ਨੂੰ ਵੀ ਫੋਲੋ ਕਰਨੀਆਂ ਚਾਹੀਦੀਆਂ ਕਿ ਤਾਂ ਕਿ ਇਸ ਫੰਗਸ ਤੋਂ, ਔਰ ਜਦੋਂ ਕਿ ਇਸ ਕਿਸੇ ਵੀ ਬਿਮਾਰੀ ਦਾ ਵੈਸੇ ਤਾਂ ਹੁੰਦਾ ਕਿ ਜਦੋਂ ਕੋਈ ਤੁਹਾਨੂੰ ਸਿੰਪਟਮ ਆਉਂਦਾ ਤਾਂ ਫੌਰੀ ਡਾਕਟਰ ਕੋਲ ਜਾਣਾ ਚਾਹੀਦਾ। ਤਾਂ ਇਸ ਮਾਮਲੇ ਵਿੱਚ ਵੀ ਜਿਹੜੇ ਕੋਵਿਡ ਤੋਂ ਠੀਕ ਹੋ ਕੇ ਆਏ ਆ ਉਹਨਾਂ ਨੂੰ ਜਿੱਥੇ ਵੀ ਸਿੰਪਟਮਸ ਐਸੇ ਫੰਗਸ ਦੇ ਦਿਖਦੇ ਆ ਉਹਨਾਂ ਨੂੰ ਬਿਨਾਂ ਦੇਰੀ ਕੀਤੇ ਆਪਣੇ ਡਾਕਟਰ ਦੇ ਨਾਲ ਸਲਾਹ ਕਰਨੀ ਚਾਹੀਦੀ ਹੈ। ਔਰ ਸਰਕਾਰ ਔਰ ਸਮਾਜ ਦੋਵੇਂ ਮਿਲ ਕੇ ਕਿਸੇ ਵੀ ਸਿਸਟਮ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਕਿਸੇ ਵੀ ਗੱਲ ਨੂੰ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਵੀ ਸਮਾਜ ਤੇ ਸਰਕਾਰ ਰਲ ਕੇ ਕਰਦੇ ਆ। ਕਿਸੇ ਵੀ ਸੰਕਟ ਨਾਲ ਅਸੀਂ ਲੜਨਾ ਹੁੰਦਾ ਤਾਂ ਵੀ ਸਮਾਜ ਤੇ ਸਰਕਾਰ ਨੇ ਰਲ ਕੇ ਕਰਨਾ। ਸੋ ਇਸ ਵੇਲੇ ਵੀ ਡਿਊਟੀ ਜਿਹੜੀ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਸਮਾਜ ਤੇ ਸਰਕਾਰ ਦੋਵਾਂ ਦੀ ਹੈ, ਦੋਵਾਂ ਨੂੰ ਇਹ ਸਮਝਣਾ ਪਊਗਾ। ਆਪਸੀ ਸਹਿਯੋਗ ਜ਼ਰੂਰੀ ਹੈ, ਪਰਸਪਰ ਸਹਿਯੋਗ ਜਿਹਨੂੰ ਕਹਿੰਦੇ ਆ ਉਹ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਰਾਕੇਸ਼ ਜੀ ਖਬਰ ਇਹ ਵੀ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹਜੇ ਵੀ 28% ਹੈਲਥ ਵਰਕਰਸ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਵੀ ਅਜੇ ਤੱਕ ਨਹੀਂ ਲਈ ਹੈ। ਆ ਦੇਖੋ ਤੁਸੀਂ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਵੀ ਅਹਿਤਿਆਤ ਵਰਤਣ ਦੀ ਗੱਲ ਕਰਦੇ ਹਾਂ ਜੀ, ਤਾਂ ਇਹ ਜਿਹੜੀ ਗੱਲ ਸਾਹਮਣੇ ਆਈ ਹੈ, ਜਿਹੜੀ ਖਬਰ ਸਾਹਮਣੇ ਆਈ ਹੈ, ਇਹ ਕੇਂਦਰ ਦੀ ਸਰਕਾਰ ਨੇ ਚਿੱਠੀ ਪੰਜਾਬ ਸਰਕਾਰ ਨੂੰ ਲਿਖੀ ਹੈ। ਅੱਛਾ ਜੀ। ਕਿ ਪੰਜਾਬ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਲਗਭਗ ਜਿਹੜੀ ਹੈ ਉਹ 50 ਲੱਖ ਦੇ ਨੇੜੇ ਤੁਹਾਨੂੰ ਅਸੀਂ ਡੋਜ਼ ਭੇਜੀ ਹੁਣ ਤੱਕ, ਜਿਹਦੇ ਵਿੱਚੋਂ ਤੁਸੀਂ 48 ਲੱਖ ਦੇ ਕਰੀਬ ਜਿਹੜੀ ਡੋਜ਼ ਆ ਉਹ ਕੰਜ਼ਿਊਮ ਕਰ ਚੁੱਕੇ ਜੀ। ਪਰ ਨਾਲ ਹੀ ਨਾਲ ਉਹਨਾਂ ਨੇ ਕਿਹਾ ਵੀ ਜਦੋਂ, ਕਿਉਂਕਿ ਪਹਿਲੀ ਡੋਜ਼ ਜਿਹੜੀ ਆਈ ਸੀ ਉਹ ਹੈਲਥ ਵਰਕਰਸ ਲਈ ਤੇ ਜਿਹੜੇ ਫਰੰਟ ਲਾਈਨ ਕਰੋਨਾ ਵਾਰੀਅਰ ਸੀ ਉਹਨਾਂ ਲਈ ਆਈ ਸੀ, ਪਰ ਸਰਕਾਰ ਨੇ ਕੇਂਦਰ ਨੇ ਇਹ ਸਵਾਲ ਚੁੱਕਿਆ ਵੀ ਜਿਹੜੇ ਫਰੰਟ ਲਾਈਨ ਜਿਹੜੇ ਕਰੋਨਾ ਵਾਰੀਅਰਸ 9.25% ਰਹਿੰਦੇ ਨੇ ਹਲੇ, ਤੇ ਜਿਹੜੇ 27-28% ਦੇ ਕਰੀਬ ਜਿਹੜੇ ਆ ਹੈਲਥ ਵਰਕਰਸ ਰਹਿੰਦੇ ਨੇ, ਇਹ ਉਹ ਨੇ ਜਿਨ੍ਹਾਂ ਨੇ ਪੋਰਟਲਸ ਦੇ ਉੱਪਰ ਰਜਿਸਟ੍ਰੇਸ਼ਨ ਕਰਾਈ ਹੈ ਔਰ ਹਲੇ ਤੱਕ ਫਸਟ ਡੋਜ਼ ਵੀ ਨਹੀਂ ਲਈ ਜੀ। ਸੋ ਇਹ ਬੜੀ ਜਿਹੜੀ ਹੈ ਉਹ ਸੰਵੇਦਨਸ਼ੀਲ ਗੱਲ ਹੈ, ਇਹਨੂੰ ਸੋਚਣ ਵਾਲੀ ਗੱਲ ਹੈ ਵੀ ਐਸਾ ਕਿਉਂ ਹੈ। ਸਰਕਾਰ ਦੇ ਤੰਤਰ ਵਿੱਚ ਅਗਰ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਵੀ ਸਾਡਾ ਜਿਹੜਾ ਕੰਮ ਚੱਲ ਰਿਹਾ ਉਹ ਕਿੱਥੇ ਰੁਕਾਵਟ 'ਚ ਹੈ। ਔਰ ਹੈਲਥ ਵਰਕਰਸ ਤੇ ਵਿਚਾਰੇ ਰੋਜ਼ ਜਿਹੜੇ ਆ ਜਦੋਂ ਕੋਵਿਡ ਦੇ ਪੇਸ਼ੈਂਟਸ ਦੇ ਵਿੱਚ ਘੁੰਮਦੇ ਆ ਤਾਂ ਮੌਤ ਦਾ ਸਾਹਮਣਾ ਕਰਨ ਵਾਲੀ ਗੱਲ ਹੈ। ਸੋ ਮੈਂ ਤਾਂ ਇਹ ਕਹੂੰਗਾ ਵੀ ਇਹ ਵਰਕਰਸ ਨੂੰ ਛੇਤੀ ਤੋਂ ਛੇਤੀ ਟੀਕੇ ਜਿਹੜੇ ਆ ਲਵਾ ਲੈਣੇ ਚਾਹੀਦੇ ਜੀ।
ਐਲੋਪੈਥੀ ਦੇ ਵਿਵਾਦ ਦੀ ਗੱਲ ਕਰੀਏ ਤਾਂ ਇਹ ਹੋਰ ਜ਼ਿਆਦਾ ਗਹਿਰਾ ਗਿਆ ਹੈ ਕਿਉਂਕਿ ਹੁਣ IMA ਯਾਨੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਇਹ ਅਪੀਲ ਕੀਤੀ ਗਈ ਹੈ ਕਿ ਯੋਗ ਗੁਰੂ ਰਾਮਦੇਵ ਦੇ ਖਿਲਾਫ ਦੇਸ਼ ਦਰੋਹ ਦਾ ਮੁਕੱਦਮਾ ਚਲਾਇਆ ਜਾਵੇ। ਦੇਖੋ ਐਸਾ ਹੈ ਕਿ ਅਸੀਂ ਜਨਰਲੀ ਗੱਲ ਹੋਣੇ ਜਿੱਦਾਂ ਰਾਈਟ ਟੂ ਪ੍ਰਾਈਵੇਸੀ ਦੀ ਗੱਲ ਕਰ ਰਹੇ ਸੀ, ਇੱਦਾਂ ਹੀ ਆਮ ਤੌਰ ਤੇ ਅਸੀਂ ਨਾ ਰਾਈਟ ਟੂ ਐਕਸਪ੍ਰੈਸ਼ਨ ਦੀ ਗੱਲ ਕਰਦੇ, ਸੁਤੰਤਰਤਾ ਦੀ ਹਮੇਸ਼ਾ ਗੱਲ ਕਰਦੇ ਹਾਂ, ਪਰ ਕਈ ਵਾਰੀ ਐਸੀ ਹੁੰਦੀ ਕਿ ਸੁਤੰਤਰਤਾ ਦੀਆਂ ਵੀ ਸੀਮਾਵਾਂ ਹੁੰਦੀਆਂ। ਦੇਖੋ ਹੁਣ ਅਗਰ ਅਸੀਂ ਥੈਰੇਪਿਸਟ ਦੀ ਗੱਲ ਕਰਦੇ ਹਾਂ ਤਾਂ ਚਾਹੇ ਉਹ ਐਲੋਪੈਥੀ ਹੈ ਚਾਹੇ ਆਯੁਰਵੈਦ ਦਾ, ਸਭ ਦੇ ਆਪਣੇ ਆਪਣੇ ਮਹੱਤਵ ਨੇ। ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਦੋਵਾਂ ਚੀਜ਼ਾਂ ਦਾ ਜਿਹੜਾ ਖਾਸ ਤੌਰ ਤੇ ਭਾਰਤ ਵਿੱਚ ਆਯੁਰਵੈਦ ਨੂੰ ਵੀ ਮਤਲਬ ਇਹਦਾ ਜਨਕ ਮੰਨਦੇ ਆ, ਜਿਹੜੀ ਇਲਾਜ ਦੀ ਜਿਹੜੀ ਪੱਧਤੀ ਉਹਦਾ ਜਨਕ ਮੰਨਿਆ ਜਾਂਦਾ। ਸੋ ਇੱਥੋਂ ਤੱਕ ਤੇ ਗੱਲ ਸੀਮਿਤ ਰਹਿ ਨਹੀਂ ਚਾਹੀਦੀ ਹੈ ਕਿ ਆਯੁਰਵੈਦ ਦਾ ਬੜਾ ਮਹੱਤਵ ਹੈ, ਜਿਹੜੀ ਇਹ ਇਲਾਜ ਪੱਧਤੀ ਹੈ ਭਾਰਤ ਦੀ ਜਿਹੜੀ ਸੰਸਕ੍ਰਿਤੀ ਚੋਂ ਨਿਕਲੀ ਹੈ, ਇਹਦਾ ਵੀ ਉਨਾ ਹੀ ਮਹੱਤਵ ਹੈ, ਈਵਨ ਉਹਦੇ ਨਾਲੋਂ ਜ਼ਿਆਦਾ ਵੀ ਕਹਿ ਸਕਦੇ ਆ ਕਿ ਮਹੱਤਵ ਹੈ। ਕਿਉਂਕਿ ਆਮ ਤੌਰ ਤੇ ਐਲੋਪੈਥੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਸਿੰਪਟੋਮੈਟਿਕ ਜਿਹੜਾ ਇਲਾਜ ਕਰਦੀ ਹੈ ਸਾਰੀਆਂ ਬਿਮਾਰੀਆਂ। ਸਿੰਪਟੋਮੈਟਿਕ ਵੈਸੇ ਸ਼ਬਦ ਜ਼ਿਆਦਾ ਪ੍ਰਚਾਰਿਤ ਕੋਵਿਡ 'ਚ ਹੈ, ਪਰ ਆਲਵੇਜ਼ ਸਾਰਾ ਹੀ ਸਿੰਪਟੋਮੈਟਿਕ ਐਲੋਪੈਥੀ ਦਾ ਜਿਹੜਾ, ਜਦਕਿ ਆਯੁਰਵੈਦ ਬਾਰੇ ਕਿਹਾ ਜਾਂਦਾ ਕਿ ਉਹ ਜੜ ਤੋਂ ਬਿਮਾਰੀ ਨੂੰ ਪੁੱਟਦਾ। ਸੋ ਇੱਦਾਂ ਆਪਣੇ ਵਿਚਾਰ ਦੇਣੇ ਤਾਂ ਠੀਕ ਹੈ, ਪਰ ਮੈਨੂੰ ਲੱਗਦਾ ਕਿ ਭਾਸ਼ਾ ਦਾ ਇਸਤੇਮਾਲ ਜਿਹੜਾ ਕਰਨਾ ਹੈ, ਕਿਉਂਕਿ ਇਸ ਵੇਲੇ ਜਦੋਂ ਬਾਬਾ ਰਾਮਦੇਵ ਜੀ ਵਰਗੇ ਵਿਅਕਤੀ ਜਿਹੜੇ ਏਡੀ ਜਿਹੜੀ ਸ਼ਖਸੀਅਤ ਜਿਹਨੂੰ ਪੂਰੀ ਇਸ ਵੇਲੇ ਦੁਨੀਆ ਹੀ ਮਤਲਬ ਉਹਨਾਂ ਦੀ ਰਿਸਪੈਕਟ ਕਰਦੀ ਹੈ, ਜਦੋਂ ਉਹਨਾਂ ਦੀ, ਕਿਉਂਕਿ ਅੱਗੇ ਹੁੰਦਾ ਸੀ ਵੀ ਮੈਂ ਬਿਆਨ ਨਹੀਂ ਦਿੱਤਾ, ਪਰ ਇਹ ਬਿਆਨ ਤਾਂ ਵੀਡੀਓ ਤੇ ਆਇਆ, ਸਾਹਮਣੇ ਚੱਲ ਰਿਹਾ। ਹਾਂ, ਵੀਡੀਓ ਅਗਰ ਫੋਰਜ ਕੀਤੀ ਗਈ ਹੈ ਉਹਦਾ ਪਤਾ ਨਹੀਂ ਕੀ ਹੈ, ਪਰ ਜਦੋਂ ਐਸੇ ਬਿਆਨ ਦਿਖਦੇ ਆ ਵੀ ਉਹ ਇਹ ਕਹਿਣ ਵੀ ਇਹ ਤਾਂ ਇਹਦੇ ਨਾਲ ਤਾਂ ਲੋਕ 10 ਲੱਖ ਮਰ ਗਏ ਟੀਕਾ ਲਵਾਉਣ ਤੋਂ ਬਾਅਦ ਵੀ, ਇਹ ਭਾਸ਼ਾ ਜਿਹੜੀ ਹੈ ਇਹ ਜਿਹੜੀ ਹੈ ਦੇਸ਼ ਦੇ ਅੰਦਰ ਜਿਹੜੀ ਹੈ ਲੋਕਾਂ ਦੇ ਅੰਦਰ ਇੱਕ ਭੈ ਪੈਦਾ ਕਰਦੀ ਹੈ। ਸੋ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਜਿਹੜਾ ਉਹ ਜਦੋਂ ਕੋਈ ਗੱਲ ਕਰਨੀ ਹੁੰਦੀ ਹੈ ਉਹਦੀ ਵੀ ਸੀਮਾ ਨਿਰਧਾਰਿਤ ਕਰਨੀ ਚਾਹੀਦੀ ਹੈ। ਜਿੱਦਾਂ ਅਸੀਂ ਸੁਤੰਤਰਤਾ ਚਾਹੁੰਦੇ ਹਾਂ ਨਾ, ਉੱਦਾਂ ਸੁਤੰਤਰਤਾ ਦੀ ਸੀਮਾ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਐਲੋਪੈਥੀ ਆਪਣੀ ਜਗ੍ਹਾ ਤੇ, ਆਯੁਰਵੈਦ ਆਪਣੀ ਜਗ੍ਹਾ ਤੇ, ਤਾਂ ਹੋਰ ਵੀ ਬਹੁਤ ਸਾਰੀਆਂ ਪੈਥੀਜ਼ ਨੇ। ਸਾਡੇ ਤਾਂ ਇੱਥੇ ਉਹਨਾਂ ਨੇ ਕਹਿਤਾ ਅੱਜ ਵੀ ਜਿਹੜਾ ਹੋਮਿਓਪੈਥੀ ਵੀ ਜਿਹੜੀ ਹੈ ਉਹ ਵੀ ਕੋਵਿਡ ਪੇਸ਼ੈਂਟ ਨੂੰ ਠੀਕ ਕਰ ਸਕਦੀ ਹੈ ਔਰ ਕਰਨਾ ਚਾਹੀਦਾ, ਅੱਜ ਸਾਡੀ ਭਾਰਤ ਦੀ ਸਰਕਾਰ ਨੇ ਕਿਹਾ। ਸੋ ਇਸ ਕਰਕੇ ਸਾਰੀਆਂ ਜਿਹੜੀਆਂ ਪੱਧਤੀਆਂ ਹੈਗੀਆਂ, ਜਿਹੜੀਆਂ ਪ੍ਰੂਵਡ ਪੱਧਤੀਆਂ ਆ ਚੁੱਕੀਆਂ, ਉਹਨਾਂ ਦਾ ਲਾਭ ਮਨੁੱਖਤਾ ਨੂੰ ਮਿਲਣਾ ਚਾਹੀਦਾ ਜਿੰਨਾ ਮਿਲਣਾ। ਔਰ ਮੈਨੂੰ ਲੱਗਦਾ ਕਿ ਇਹ ਸਾਰੀ ਜਿਹੜੀ ਪ੍ਰਗਟੀਕਰਨ ਦੀ ਜਿਹੜੀ ਸੀਮਾ ਹੈ ਉਹਦੇ ਨਾਲ ਜੁੜੀ ਚੀਜ਼ ਹੈ। ਸੋ ਬਾਬਾ ਰਾਮਦੇਵ ਜੀ ਕਈ ਵਾਰੀ ਥੋੜਾ ਜਿਹਾ ਗੱਲ ਜੋਸ਼ 'ਚ ਕਹਿ ਜਾਂਦੇ ਆ, ਪਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦਾ ਜਿਹੜਾ ਮੰਤਵ ਇਹ ਹੋਏਗਾ, ਐਸਾ ਮੈਂ ਐਸਾ ਮਹਿਸੂਸ ਕਰਦਾ ਜੀ। ਇਸ ਤੋਂ ਇਲਾਵਾ ਜੇ ਗੱਲ ਕਰੀਏ ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਦੀ, ਉਸ ਨੂੰ ਕੱਲ੍ਹ ਐਂਟੀਗੁਆ ਦੀ ਪੁਲਿਸ ਨੇ ਕਾਬੂ ਕਰ ਲਿਆ। ਦੇਖੋ ਐਸਾ ਕਿ ਮੇਹੁਲ ਚੌਕਸੀ ਦੀ ਜਦੋਂ ਗੱਲ ਕਰਦੇ ਹੁਣ ਤਾਂ ਲੋਕੀ ਹੌਲੀ ਹੌਲੀ ਭੁੱਲਣ ਲੱਗ ਪਏ ਉਹਨੇ ਘੁਟਾਲਾ ਕੀ ਕੀਤਾ ਸੀ, ਜਿੰਨੀ ਦੇਰ ਹੋ ਗਈ ਉਹਨੂੰ। ਸੋ 13,500 ਕਰੋੜ ਰੁਪਏ ਦਾ ਘੁਟਾਲਾ ਕਰਕੇ PNB ਦੇ ਵਿੱਚ ਹੀਰਾ ਵਪਾਰੀ ਭੱਜਿਆ ਸੀ। ਪਰ ਇਹ ਪਹਿਲੀ ਵਾਰੀ ਹੈ ਕਿ ਕਿਸੇ ਸਰਕਾਰ ਨੇ, ਭਾਰਤ ਦੀ ਕਿਸੇ ਸਰਕਾਰ ਨੇ ਇੰਨਾ ਪਿੱਛਾ ਉਹਦਾ ਕੀਤਾ ਹੈ ਵੀ ਉਹਨੂੰ ਜਿਹੜੀ ਪਬਲਿਕ ਮਨੀ ਨੂੰ ਰਿਕਵਰ ਕਰਨ ਲਈ ਉਹਨੂੰ ਫੜ ਕੇ ਲਿਆਉਣਾ ਜੀ। ਤੇ ਉਹ ਜਿੱਦਾਂ ਉਹ ਇੱਥੋਂ ਐਂਟੀਗੁਆ ਦੇ ਵਿੱਚ ਉਹਨੇ ਪਹਿਲਾਂ ਕੋਸ਼ਿਸ਼ ਕੀਤੀ ਸੀ, ਉੱਥੇ ਉਹਨੇ ਸਿਟੀਜ਼ਨਸ਼ਿਪ ਲਈ ਸੀ, ਫਿਰ ਉੱਥੋਂ ਜਦੋਂ ਪਤਾ ਲੱਗਾ ਵੀ ਇਹਨਾਂ ਦਾ ਵੀ ਪ੍ਰਤਿਆਪਨ ਸੰਧੀ ਹੈਗੀ, ਆਪਸ ਦੇ ਵਿੱਚ ਟ੍ਰੀਟੀ ਹੈਗੀ ਹੈ, ਮੈਨੂੰ ਹੁਣ ਉਹਨਾਂ ਨੇ ਵਾਪਸ ਲੈ ਜਾਣਾ, ਤਾਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਡੋਮੈਨਿਕਾ ਦੇ ਵਿੱਚ ਉਹਨੇ ਕੋਸ਼ਿਸ਼ ਕੀਤੀ ਸੀ। ਪਰ ਕੱਲ ਕਿਉਂਕਿ ਜਦੋਂ ਉਹਦੇ ਲਈ ਅਲਰਟ ਕੀਤਾ ਗਿਆ ਸੀ, ਜਿਹੜਾ ਉਹਦੇ ਲਈ ਉਹਨੂੰ ਫੜਨ ਲਈ ਜਿਹੜਾ ਇੰਟਰਪੋਲ ਦਾ ਅਲਰਟ ਸੀ, ਤਾਂ ਉਹਨੂੰ ਅਰੈਸਟ ਕਰ ਲਿਆ ਗਿਆ। ਹੁਣ ਉਹਨੇ ਇਹ ਕਿਹਾ ਜਾ ਰਿਹਾ ਕਿ ਡੋਮੈਨਿਕਾ ਪੁਲਿਸ ਹੈ ਉਹ ਜਿਹੜੀ ਹੈ ਉਹਨੂੰ ਐਂਟੀਗੁਆ ਨੂੰ ਭੇਜਦੀ ਹੈ ਔਰ ਐਂਟੀਗੁਆ ਨਾਲ ਭਾਰਤ ਦੀ ਸੰਧੀ ਹੈ ਇਸ ਮਾਮਲੇ ਦੇ ਵਿੱਚ, ਤਾਂ ਛੇਤੀ ਮੇਹੁਲ ਜਿਹੜਾ ਉਹ ਚੌਕਸੀ ਹੈ ਉਹ ਆਏਗਾ। ਔਰ ਮੈਨੂੰ ਲੱਗਦਾ ਵੀ ਮੇਹੁਲ ਚੌਕਸੀ ਨੂੰ ਤਾਂ ਅਸੀਂ ਲੈ ਆਵਾਂਗੇ, ਪਰ ਗਾਉਂ ਵੀ ਐਸੀਆਂ ਚੌਕਸੀਆਂ ਰੱਖਣੀਆਂ ਚਾਹੀਦੀਆਂ ਕਿ ਲੋਕ ਸਾਡੇ ਕੋਈ ਐਸੀ ਹਾਲਤ 'ਚ ਹੀ ਨਾ ਹੋਣ ਕਿ ਸਾਡੀ ਚੌਕਸੀ ਹਟੀ ਤੇ ਉਹ ਲੁੱਟ ਕੇ ਭੱਜ ਗਏ, ਐਸਾ ਵੀ ਨਹੀਂ ਹੋਣਾ ਚਾਹੀਦਾ ਜੀ। ਇਸ ਦੇ ਨਾਲ ਹੀ ਘੜੀ ਦੀ ਸੂਈਆਂ ਇਸ਼ਾਰਾ ਕਰ ਚੁੱਕੇ ਹਾਂ ਰਾਕੇਸ਼ ਜੀ ਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਇੱਥੇ ਹੀ ਖਤਮ ਹੋ ਰਿਹਾ। ਤੁਸੀਂ ਸਾਡੇ ਨਾਲ ਸ਼ਾਮਲ ਹੋਏ ਇਸ ਪ੍ਰੋਗਰਾਮ ਦੇ ਵਿੱਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ। ਜੁੜੇ ਰਹੋ DD ਪੰਜਾਬੀ ਦੇ ਨਾਲ।